ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਵਾਹਿਗੁਰੂ 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 ਵਾਹਿਗੁਰੂ। ਤੁਧ ਆਗੈ ਅਰਦਾਸ ਹਮਾਰੀ, ਜਿਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਜਾਣੈ ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਜਾਣੈ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਚਿਤ ਆਨੰਦ ਪਰਮਾਤਮਾ ਦੇ ਪੁਰੀ ਪੁਰੀ ਬਸੰਤਾ ਸਾਹਿਬ ਪੁਰਸ਼ਾ ਸ੍ਰੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੇ ਅਪਾਰ ਰਹਿਮਤ ਕਿਰਪਾ ਕੀਤੀ। ਅੰਮ੍ਰਿਤ ਵੇਲੇ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਵੱਡਿਆਂ ਕਰਮਾਂ ਦੀ ਨਿਸ਼ਾਨੀ ਸਤਸੰਗਤ ਮਿਲ ਜਾਣਾ, ਗੁਰੂ ਦੀ ਬਾਣੀ ਪੜ੍ਹਨ ਦਾ, ਸੁਣਨ ਦਾ, ਵਿਚਾਰਨ ਦਾ ਸਮਾਂ ਮਿਲ ਜਾਣਾ ਬਹੁਤ ਵੱਡਿਆਂ ਕਰਮਾਂ ਦੀ ਨਿਸ਼ਾਨੀ। ਬਿਨਾਂ ਉਹਦੀ ਕਿਰਪਾ ਤੋਂ, ਉਹਦੀ ਬਖਸ਼ਿਸ਼ ਤੋਂ ਨਾਮ ਸਿਮਰਨ ਦਾ ਸਮਾਂ ਜਿਹੜਾ ਉਹ ਨਹੀਂ ਮਿਲਦਾ। ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਜੀ ਤੇ ਉਹ ਆਪ ਕਿਰਪਾ ਕਰਦਾ ਉਹ ਸਿਮਰਨ ਤੇ ਲੱਗਦੇ ਨੇ। ਤੇ ਨਾਲ ਹੀ ਮਹਾਰਾਜ ਕਹਿੰਦੇ ਆ ਕਿ ਜਿਸ ਕੋ ਆਪ ਖਵਾਏ ਕਰਤਾ ਖੁਸ ਲਏ ਚੰਗਿਆਈ। ਜਿਹਨੂੰ ਉਹ ਖਵਾਰ ਕਰਦਾ ਫਿਰ ਉਹ ਆਪੇ ਹੀ ਵੈ ਸੰਗਤ ਵਹਾਵੇ, ਆਪੇ ਵਿਦਾ ਕਰਾਵੇ। ਆਪ ਹੀ ਉਹ ਸੰਗਤ ਵਿੱਚ ਸੱਦਦਾ ਹੈ, ਬਿਠਾ ਲੈਂਦਾ ਆਪਣੀ ਅਗੋਸ਼ ਦੇ ਵਿੱਚ, ਚਰਨਾਂ ਦੇ ਵਿੱਚ। ਫਿਰ ਆਪ ਹੀ ਮਹਾਰਾਜ ਵਿਦਾ ਕਰ ਦਿੰਦਾ, ਚੱਲ ਭਾਈ ਜਾ। ਆਪਣੇ ਵੱਸ ਕੁਛ ਨਹੀਂ। ਆਪਾਂ ਅਰਦਾਸ ਕਰ ਸਕਦੇ ਹਾਂ, ਸਿਰਫ ਆਪਣਾ ਸਭ ਤੋਂ ਵੱਡਾ ਹਥਿਆਰ ਅਰਦਾਸ ਹੈ। ਆਓ ਜੀ ਰਲ ਮਿਲ ਕਰਕੇ ਮਹਾਰਾਜ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਕਰੀਏ। ਮਹਾਰਾਜ ਕਿਰਪਾ ਕਰਨ, ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ। ਸਮਾਂ ਮਿਲਿਆ ਹੈ ਪਾਵਨ ਬਚਨਾਂ ਦੀ ਵਿਚਾਰ ਕਰਨ ਸੁਣਨ ਦਾ। ਭਿੱਜ ਕਰਕੇ ਅੰਦਰੋਂ ਅਮੋਲਕ ਬਚਨਾਂ ਦੀ ਵਿਚਾਰ ਨਾਲ ਜੁੜਨਾ ਕਰੀਏ। ਲੜੀਵਾਰ ਕਥਾ ਸਤਿਗੁਰੂ ਦੀ ਕਿਰਪਾ ਦੇ ਨਾਲ
ਕਰਨ ਸੁਣਨ ਨੂੰ ਪ੍ਰਾਪਤ ਹੋਈ ਹੈ। ਸੋ ਆਓ ਭਾਈ, ਜਿੰਨਾ ਕੁ ਸਮਾਂ ਸਤਿਗੁਰ ਬਖਸ਼ਦੇ ਨੇ, ਮਨ ਬਿਰਤੀਆਂ ਕਾਗਰ ਕਰਕੇ ਗੁਰੂ ਦੀ ਬਾਣੀ ਨੂੰ ਅੰਦਰੋਂ ਸ਼ਰਧਾ ਭਾਵਨਾ ਨਾਲ ਵਿਚਾਰੀਏ, ਸੁਣੀਏ, ਸੁਣਾਈਏ। ਕੱਲ ਜੋ ਵਿਚਾਰਿਆ ਸੀ, ਉਹ ਮਾਲਕ ਐਸੀ ਮਿਹਰ ਕਿਰਪਾ ਕਰਦਾ ਹੈ ਪ੍ਰੇਮੀਓ, ਉਹ ਆਪਣੇ ਸੇਵਕਾਂ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦਾ, ਆਪਣੇ ਗਲ ਨਾਲ ਲਾ ਕੇ ਰੱਖਦਾ ਹੈ। ਫਿਰ ਮਹਾਰਾਜ ਕਹਿੰਦੇ, ਮੈਂ ਐਸੇ ਮਾਲਕ ਨੂੰ, ਪਰਮੇਸ਼ਰ ਨੂੰ ਆਪਣੇ ਮਨ ਨਾਲ, ਤਨ ਨਾਲ ਧਿਆਉਣਾ ਕੀਤਾ, ਕਿਉਂਕਿ ਜਿੰਨਾ ਟਾਈਮ ਸਾਡਾ ਮਨ ਤਨ ਨਹੀਂ ਨਾ ਜੀ ਜੁੜਦਾ, ਗੱਲ ਨਹੀਂ ਬਣਦੀ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਤੇ ਆਇਆ। ਮਨ ਨਾਲ, ਤਨ ਨਾਲ ਸਾਡਾ ਮਨ ਵੀ ਜੁੜੇ, ਤਨ ਵੀ ਜੁੜੇ। ਸਮਝੋ ਧਿਆਨ ਨਾਲ। ਕੇਵਲ ਕਈ ਵਾਰ ਬੰਦੇ ਦਾ ਸਰੀਰ ਹੀ ਸੰਗਤ ਵਿੱਚ ਆਉਂਦਾ ਹੈ, ਮਨ ਨਹੀਂ ਆਉਂਦਾ। ਹਾਜ਼ਰੀ ਜਿਹੜੀ ਹੈ ਅੰਦਰੋਂ ਲੱਗਣੀ ਆ, ਅੰਦਰੋਂ। ਸਰੀਰ ਦਾ ਆ ਜਾਣਾ ਹਾਜ਼ਰੀ ਨਹੀਂ ਗੀ। ਕਈ ਘਰੇ ਬਹਿ ਕੇ, ਹੁਣ ਕਈਆਂ ਦੇ ਕੰਨਾਂ ਦੇ ਵਿੱਚ ਆਵਾਜ਼ ਪੈਂਦੀ ਹੈ ਜੀ, ਚਲੋ ਕੋਈ ਪ੍ਰੋਬਲਮ ਹੁੰਦੀ ਹੈ, ਸਰੀਰ ਦੇ ਵਿੱਚ ਨਹੀਂ ਆ ਸਕਦੇ, ਹੈ ਨਾ ਜੀ, ਉਹ ਘਰੇ ਬਹਿ ਕੇ ਲਾਹਾ ਲੈ ਲੈਂਦੇ ਨੇ। ਜਾਂ ਤੁਰਦੇ ਫਿਰਦੀ, ਕੋਈ ਡਾਕਟਰ ਨੇ ਦੱਸਿਆ ਹੁੰਦਾ ਵੀ ਸਵੇਰੇ ਸੈਰ ਕਰਨੀ ਹੈ, ਤੁਰਨਾ, ਐਦਾਂ ਲਾਹਾ ਲੈ ਲੈਂਦੇ ਨੇ। ਕਈਆਂ ਦਾ ਸਰੀਰ ਇੱਥੇ ਆ ਕੇ ਗੈਰ ਹਾਜ਼ਰ ਹੁੰਦਾ ਹੈ। ਮਨ ਤਨ ਪ੍ਰਭੂ ਤੇ ਆਇਆ, ਉਹਨੂੰ ਧਿਆਉਣਾ ਮਨ ਕਰਕੇ ਤੇ ਤਨ ਕਰਕੇ, ਵੀ ਰੋਮ ਰੋਮ ਜੁੜੇ ਸਾਡਾ। ਬਹੁਤ ਵਾਰ ਵਿਚਾਰ ਕੀਤੀ ਆਪਾਂ, ਕੋਈ ਵੀ ਚੀਜ਼ ਖਰੀਦਦੇ ਆ ਨਾ ਜੀ, ਉਹਦੇ ਨਾਲ ਸਾਡਾ ਤਨ ਮਨ ਸਭ ਕੁਝ ਜੁੜ ਜਾਂਦਾ, ਰੋਮ ਰੋਮ ਜੁੜ ਜਾਂਦਾ ਸਰੀਰ ਦਾ। ਕੁਛ ਵੀ ਖਰੀਦਦੇ ਆ, ਖਰੀਦਣ ਤੁਰੀਏ ਘਰੋਂ, ਸਾਡੇ ਖਿਆਲਾਤ, ਹੱਥ ਪੈਰ, ਅੱਖਾਂ, ਕੰਨ ਸਭ ਉਹਦੇ ਨਾਲ ਜੁੜ ਜਾਂਦੇ। ਜੋ ਚੀਜ਼ ਖਰੀਦਣੀ ਆ, ਉਹੀ ਚੀਜ਼ ਵੇਖਾਂਗੇ, ਉਹੀ ਚੀਜ਼ ਸੋਚਦੇ ਜਾਵਾਂਗੇ, ਉਸੇ ਬਾਰੇ ਪੁੱਛਾਂਗੇ, ਉਹੀ ਦਿਮਾਗ ਵਿੱਚ ਚੱਲੂਗਾ, ਉਹੀ ਵੇਖਾਂਗੇ, ਉਹੀ ਟੋਕੇ ਵੇਖਾਂਗੇ, ਸਭ ਕੁਛ ਉਹੀ ਚੱਲਦਾ। ਕਦਮ ਹੱਥ ਪੈਰ ਸਾਡੇ ਉਧਰ ਨੂੰ ਇਹ ਜਾਣਗੇ, ਉਹ ਚੀਜ਼ ਖਰੀਦਣ ਨੂੰ। ਉੱਥੇ ਰੋਮ ਰੋਮ ਜੁੜਦਾ ਹੈ। ਇਸੇ ਤਰ੍ਹਾਂ ਅਧਿਆਤਮਕ ਰਾਹ ਜਿਹੜਾ ਹੈ ਪਰਮੇਸ਼ਰ ਦਾ, ਉੱਥੇ ਬੰਦੇ ਦਾ ਰੋਮ ਰੋਮ ਜੁੜੇ। ਫਿਰ ਉੱਥੇ ਜਦੋਂ ਬੰਦਾ ਮਨ ਤਨ ਕਰਕੇ ਧਿਆਉਂਦਾ ਹੈ ਨਾ ਮਾਲਕ ਨੂੰ, ਜੋ ਉਹਦਾ ਮਨ ਦਾ ਫੁਰਨ ਹੈ, ਜੋ ਇੱਛੜੀੜੇ ਫਲ ਪਾਇਆ, ਜੋ ਇੱਛਾ ਸੀਗੀ, ਉਹ ਧਰਮ ਅਰਥ ਕਾਮ ਮੋਖ ਦੀ ਪ੍ਰਾਪਤੀ, ਗਿਆਨ ਰੂਪੀ ਫਲ ਜਿਹੜਾ ਉਹਨੂੰ ਮਿਲ ਜਾਂਦਾ ਹੈ, ਉਹਦੀ ਦਾਤ ਮਿਲ ਜਾਂਦੀ ਹੈ। ਅਸਲ ਦਾਤ ਕੀ ਹੈ? ਧਰਮ ਅਰਥ ਕਾਮ ਮੋਖ, ਇਹ ਪ੍ਰਾਪਤੀ ਦਾ ਗਿਆਨ ਜਿਹੜਾ ਹੋ ਜਾਂਦਾ ਹੈ। ਅਸੀਂ ਸਿਰਫ ਬਾਹਰ ਦੀਆਂ ਦਾਤਾਂ ਕਰਕੇ ਹੀ ਰੱਬ ਨੂੰ, ਪ੍ਰਮਾਤਮਾ ਨੂੰ, ਗੁਰੂ ਨੂੰ ਚੇਤੇ ਕਰਨੇ ਆ। ਦਾਤ ਕੋਈ ਮਿਲ ਜਾਂਦੀ ਹੈ, ਗੱਡੀ ਬਖਸ਼ਤੀ ਮਾਲਕ ਨੇ, ਕੋਈ ਹੋਰ ਸਾਧਨ, ਕੁਛ ਵੀ ਲਾਓ, ਉਹ ਤੇ ਲਿਖ ਦਿੰਦੇ ਆ ਵੀ ਇਹ ਭੇ ਦਾਤ ਤੇਰੀ ਦਾਤਾਰ, ਵੀ ਰੱਬਾ ਤੇਰੀ ਦਾਤ ਹੈ, ਗੱਡੀ ਦਾਤ ਹੈ ਉਹਦੀ, ਚਲੋ ਮੰਨ ਲੈਂਦੇ ਆ। ਚਲੋ ਜਦੋਂ ਖਰਾਬ ਹੋ ਜਾਂਦੀ ਹੈ, ਉਹ ਤੇ ਲਿਖਿਆ ਹੁੰਦਾ ਐਦਾਂ ਹੀ, ਫਿਰ ਬੰਦਾ ਕਬਾੜ 'ਚ ਡੇਗ ਦਿੰਦਾ ਉਸ ਗੱਡੀ ਨੂੰ। ਉਹ ਅਸਲ ਜਿਹੜੀ ਦਾਤ ਹੈ ਨਾ ਜੀ ਮਾਲਕ ਦੀ, ਨਾ ਕਦੇ ਖਰਾਬ ਹੁੰਦੀ ਆ, ਨਾ ਕਦੇ ਪੁਰਾਣੀ ਹੁੰਦੀ ਹੈ, ਨਾ ਕਦੇ ਉਹ ਖੜਦੀ ਆ, ਨਾ ਕਦੇ ਖੁੰਝਦੀ ਆ, ਨਾ ਕੋਈ ਚੁਰਾ ਸਕਦਾ ਇਹਨੂੰ, ਨਾ ਕੋਈ ਖੋ ਸਕਦਾ, ਨਾ ਅਸੀਂ ਕਿਸੇ ਨੂੰ ਦੇ ਸਕਦੇ ਹਾਂ। ਵੀ ਆਹੀ ਦਾਤਾਂ ਨੇ ਉਹਦੀਆਂ ਦਰ ਤੇ। ਅਸਲ ਦਾਤ ਹੈ ਨਾਮ ਦੀ। ਆ ਜਿਹੜੇ ਪਦਾਰਥ ਨੇ, ਧਰਮ ਅਰਥ ਕਾਮ ਹੋ, ਮੋਕਸ਼, ਜਿਹੜਾ ਮੋਕਸ਼, ਮੋਕਸ਼ ਦੀ ਪ੍ਰਾਪਤੀ, ਇਹ ਜਿਹੜਾ ਫਲ ਹੈ ਉਹ ਪਾ ਲੈਂਦਾ ਹੈ। ਫਿਰ ਇਹ ਰੱਬ ਜੀ
ਤੂੰ ਸਭ ਦਾ ਸਾਹਾਂ ਦਾ ਸਾਹ, ਪਾਤਸ਼ਾਹਾਂ ਦਾ ਪਾਤਸ਼ਾਹ, ਤੂੰ ਆਪ ਸਭ ਦਾ ਮਾਲਕ ਹੈ। ਕਿ ਪਰਮਾਤਮਾ ਆਪ ਜੀ ਦਾ ਐਸਾ ਪਵਿੱਤਰ ਨਾਮ ਜਿਹਨੂੰ ਜਪ ਜਪ ਕੇ ਜਿਉਣਾ ਕਰਨੇ ਆ। ਸਾਹ ਪਾਤਸ਼ਾਹ ਸਿਰ ਖਸਮ ਤੂੰ, ਜਪ ਨਾਨਕ ਜੀਵੈ ਨਾਉ ਜੀਉ। ਉਹਦਾ ਨਾਮ ਜਪ ਜਪ ਕੇ ਹੀ ਬੰਦੇ ਨੇ ਜਿਉਣਾ ਕਰਨਾ, ਜ਼ਿੰਦਗੀ ਜਿਉਣੀ ਹੈ ਪਰਮੇਸ਼ਰ ਦਾ ਨਾਮ ਜਪ ਕੇ। ਵੇਖੋ ਜੀਵਨ ਜਿਹੜਾ ਹੈ ਉਹਨੇ ਵੈਸੇ ਵੀ ਗੁਜ਼ਰ ਜਾਣਾ, ਜ਼ਿੰਦਗੀ ਜਿਹੜੀ ਆ ਉਹਨੇ ਵੈਸੇ ਵੀ ਲੰਘੇ ਜਾਣਾ। ਹੁਣ ਬੈਠੀਆਂ ਤਾਂ ਵੀ ਲੰਘ ਰਹੀ ਆ, ਹੁਣ ਕਈ ਪਏ ਆ ਸੁੱਤੇ 8-9 ਵਜੇ ਉੱਠਣਗੇ, ਉਹਨਾਂ ਦਾ ਵੀ ਜੀਵਨ ਲੰਘ ਜਾਣਾ। ਅਸਲ ਮੂਲ ਮਨੋਰਥ ਹੈ ਜਿਹੜਾ ਬੰਦਾ ਉਹ ਸਮਝੇ ਕਿ ਭਾਈ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਆਹ ਲਾਹਾ ਅਸਲ ਜਨਮ ਦਾ ਲਾਹਾ ਜਿਹੜਾ ਵੈਸੇ ਵੀ ਗੁਜ਼ਰੇ ਜਾਣਾ ਉਹਨੇ। ਜੇ ਗੁਜ਼ਰ ਹੀ ਜਾਣਾ ਜੀਵਨ ਨੇ, ਜ਼ਿੰਦਗੀ ਨੇ ਲੰਘ ਹੀ ਜਾਣਾ, ਅਸੀਂ ਇੱਕ ਦਿਨ ਅੰਤ ਨੂੰ ਐਂਡ ਨੂੰ ਹੋਏ ਜਾਣਾ, ਮੌਤ ਵੱਲ ਨੂੰ ਭਾਵ ਕੇ। ਫਿਰ ਕਿਉਂ ਨਾ ਜੀਵਨ ਨੂੰ ਰੱਬ ਦਾ ਨਾਮ ਜਪ ਜਪ ਕਰਕੇ ਲੰਘਾਉਣਾ ਕਰੀਏ। ਜਪ ਜਪ ਕੇ ਜਿਉਣਾ ਕੀਤਾ ਮਹਾਰਾਜ ਕਹਿੰਦੇ ਨੇ। ਤੇ ਤੁਧ ਆਪੇ ਆਪ ਪਾਇਆ, ਐ ਰੱਬ ਜੀ ਤੂੰ ਆਪੇ ਹੀ ਆਪਣੇ ਆਪ ਤੋਂ ਸੰਸਾਰ ਨੂੰ ਪੈਦਾ ਕੀਤਾ। ਓੰਕਾਰ ਉਤਪਾਤੀ ਕੀਆ ਦਿਨਸ ਸਭ ਰਾਤੀ, ਦੂਜਾ ਖੇਲ ਕਰ ਦਿਖਲਾਇਆ। ਕਹਿੰਦੇ ਜੇ ਦੂਸਰਾ ਭਾਵ ਮਾਈ ਕੀ ਖੇਲ ਹੈ, ਉਹ ਚੰਮ ਦ੍ਰਿਸ਼ਟੀ ਵਾਲਿਆਂ ਨੂੰ ਨੇਤਰਾਂ ਦਾ ਵਿਸ਼ਾ ਕਰਕੇ ਦਿਖਾਉਣਾ ਕੀਤਾ। ਆਪਣੇ ਤੋਂ ਭਿੰਨ ਦੂਸਰਾ ਸੰਸਾਰ ਦਾ ਖੇਲ ਰਚ ਕੇ ਦਿਖਾਉਣਾ ਕੀਤਾ। ਸਭ ਸੱਚੋ ਸੱਚ ਵਰਤਦਾ, ਜਿਸ ਭਾਵ ਹੈ ਤਿਸੈ ਬੁਝਾਏ ਜੀਉ। ਐ ਪਰਮੇਸ਼ਰ ਨਿਸ਼ਚੈ ਕਰਕੇ ਤੂੰ ਆਪ ਹੀ ਸਾਰੀਆਂ ਥਾਵਾਂ ਤੇ ਵਰਤਨੇ ਆ, ਪਰ ਜਿਹਦੀ ਸ਼ਰਧਾ ਭਾਵਨਾ ਨਾ ਜੀ, ਉਹਨੂੰ ਹੀ ਇਹ ਅਕਲ ਮਤ ਜਿਹੜੀ ਆ ਮਾਲਕ ਬਖਸ਼ਿਸ਼ ਕਰਦਾ। ਉਸ ਸੱਚਿਤ ਆਨੰਦ ਵਾਹਿਗੁਰੂ ਪਰਮੇਸ਼ਰ ਦਾ ਖਿਆਲ ਜਿਹੜਾ, ਗਿਆਨ ਜਿਹੜਾ ਉਹਨੂੰ ਹੁੰਦਾ ਹੈ। ਆ ਸਮੁੰਦਰ ਰੂਪ ਪਰਮਾਤਮਾ ਸੱਚਾ ਹੈ, ਲਹਿਰ ਦੀ ਨਿਆਈ ਜੀਵ ਈਸ਼ਰ ਰੂਪ ਸੱਚ ਹੋ ਰਿਹਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ, ਗੁਰ ਪ੍ਰਸਾਦੀ ਪਾਇਆ ਤਿੱਥੈ ਮਾਇਆ ਮੋਹ ਚੁਕਾਇਆ। ਗੁਰਾਂ ਦੀ ਕਿਰਪਾ ਦੁਆਰਾ ਆਪਣੇ ਨਿਜ ਸਰੂਪ ਨੂੰ ਪਾਉਣਾ ਕੀਤਾ। ਉਹਨਾਂ ਨੇ ਇਸ ਜਗ੍ਹਾ ਅੰਤःਕਰਨ ਵਿੱਚ ਪਰਮੇਸ਼ਰ ਦਾ ਆਵਾਸ ਜਿਹੜਾ ਹੈ, ਉਹਦਾ ਵਸਣਾ ਜਿਹੜਾ ਨਿਵਾਸ ਜਿਹੜਾ ਹੈ, ਉਹ ਪਰਮੇਸ਼ਰ ਦੀ ਪ੍ਰਾਪਤੀ ਦਾ ਪਾਉਣਾ ਉਹਨਾਂ ਨੇ ਕਰ ਲਿਆ। ਤੇ ਮਾਇਆ ਦਾ ਮੋਹ ਉਹਨਾਂ ਦੇ ਅੰਦਰੋਂ ਚੁੱਕ ਗਿਆ, ਚਲਾ ਗਿਆ। ਆਪਣਤ ਜਿਹੜੀ ਸੀ ਨਾ ਮਾਇਆ ਦੀ, ਜਿਹਦੇ ਕਰਕੇ ਉਹਨਾਂ ਨੂੰ ਰੱਬ ਨਹੀਂ ਦੀਂਦਾ, ਉਹਨਾਂ ਨੂੰ ਖਿਆਲ ਹੋ ਗਿਆ। ਕਿਰਪਾ ਕਰਕੇ ਆਪਣੀ ਆਪੇ ਲਏ ਸਮਾਏ ਜੀਓ। ਫਿਰ ਉਹਨਾਂ ਨੂੰ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਉਹ ਆਪਣੇ ਸਰੂਪ ਦੇ ਵਿੱਚ ਮਿਲਾ ਲੈਂਦਾ ਜੀ, ਸਮਾ ਲੈਂਦਾ। ਆਪਣੇ ਆਪ ਹੀ ਉਹ ਆਪਣੇ ਨਾਲ ਮੇਲ ਲੈਂਦਾ ਜਦੋਂ ਬੰਦੇ ਦਾ ਮਨ ਬਣ ਜਾਂਦਾ ਹੈ। ਅਧਿਆਤਮਿਕ ਗਿਆਨ ਦ੍ਰਿਸ਼ਟੀ ਜਦੋਂ ਬਣ ਗਈ, ਬਾਪੂ ਕਹਿੰਦਾ ਗੋਪੀ ਨੈ ਗੋਆਲੀਆ, ਤੁਧ ਆਪੇ ਗੋਏ ਉਠਾਲੀਆ। ਗੋਪੀ ਕਹੀਏ ਗੋਪੀਆਂ ਜਮਨਾ, ਨੈ ਕਹੀਏ ਨਦੀ, ਅਤੇ ਗਵਾਲੀਆਂ ਕਹੀਏ ਗਵਾਲਿਆਂ ਵਿੱਚ ਵੀ ਤੂੰ ਆਪ ਹੀ ਵਰਤਨੇ ਆ। ਤੂੰ ਆਪੇ ਹੀ ਕ੍ਰਿਸ਼ਨ ਰੂਪ ਹੋ ਕੇ ਖਿੱਦੋ ਭਾਵ ਗੋਵਰਧਨ ਪਰਬਤ, ਤੂੰ ਗੋਵਰਧਨ ਪਰਬਤ ਜਿਹੜਾ ਨਾ ਉਹਨੇ ਚੀਚੀ ਤੇ ਚੁੱਕਿਆ ਸੀ, ਉਹ ਉਠਾਉਣਾ ਉਠਾਲੀਆ। ਤੁਧ ਆਪੇ ਗੋਏ ਉਠਾਲੀਆ, ਆਪ ਹੀ ਤੂੰ ਉਹ ਪਰਬਤ ਹੈ, ਚੁੱਕਣ ਵਾਲਾ ਵੀ ਤੂੰ ਆਪ ਹੀ ਆ। ਜਿਵੇਂ ਦੇਵਤਿਆਂ ਦਾ ਰਾਜਾ ਇੰਦਰ ਨਾਰਾਜ਼ ਹੋ ਗਿਆ ਸੀ ਕਿ ਗੋਕਲ ਵਾਸੀਆਂ ਨੇ ਮੇਰੀ ਪੂਜਾ ਛੱਡਤੀ, ਤਾਂ
ਕ੍ਰੋਧ ਵਿੱਚ ਆ ਕੇ ਮੀਂਹ ਵਰਸਾਉਣਾ ਸ਼ੁਰੂ ਕਰ ਦਿੱਤਾ ਸੀ ਉਹਨੇ। ਉਦੋਂ ਭਗਵਾਨ ਕ੍ਰਿਸ਼ਨ ਨੇ ਆਪਣੀ ਚੀਚੀ ਉੱਪਰ ਕਹਿੰਦੇ ਉਹ ਗੋਵਰਧਨ ਪਰਬਤ ਨੂੰ 28 ਦਿਨ ਤੱਕ ਚੁੱਕ ਕੇ ਰੱਖਿਆ। ਇੰਦਰ ਵਰਖਾ ਕਰਕੇ ਹਾਰ ਗਿਆ, ਪਰ ਗੋਕਲ ਨੂੰ ਰੋੜ ਨਾ ਸਕਿਆ। ਸਾਰਾ ਪਾਣੀ ਜਮਨਾ ਨਦੀ ਵਿੱਚ ਹੀ ਪੈਂਦਾ ਰਿਹਾ। ਇੱਕ ਵਿਚਾਰ ਹੈ ਸਮਝਣ ਦੀ, ਉਹ ਦੁਆਪਰ ਯੁੱਗ ਦੀ ਵਿਚਾਰ ਹੈ ਜੀ। ਕਈ ਵਾਰ ਕਲਯੁਗੀ ਜੀਵਾਂ ਦੇ ਫਿੱਟ ਨਹੀਂ ਪੈਂਦੀ ਗੱਲ। ਗੱਲ ਤੇ ਸਾਡੇ ਅੰਦਰ ਸ਼ੰਕਾ ਖੜਾ ਹੋਣਾ, ਕਿੰਤੂ ਪਰੰਤੂ ਪੈਦਾ ਹੋ ਜਾਣਾ, ਆਹੀ ਕਲਯੁਗ ਦੀ ਨਿਸ਼ਾਨੀ ਆ। ਲੱਖ ਭਲਾ ਕਰੋ, ਲੱਖ ਚੰਗਾ ਕਰੋ, ਪਰ ਫਿਰ ਵੀ ਕਿਤੇ ਨਾ ਕਿਤੇ ਉਸ ਬੰਦੇ ਦੇ ਗਲਤ ਵਿਚਾਰ ਅੰਦਰ ਪੈਦਾ ਹੋਣਗੇ। ਇਹ ਕਲਯੁਗ ਦੀਆਂ ਨਿਸ਼ਾਨੀਆਂ ਨੇ। ਹੁਣ ਪਤਾ ਹੀ ਲੱਗਦਾ ਵੀ ਕਲਯੁਗ ਚੜਿਆ ਹੋਇਆ। ਹਰ ਇੱਕ ਬੰਦਾ ਫਿਰ ਰੋਂਦਾ ਹੈ, ਕਿਧਰੇ ਨਾ ਕਿਧਰੋਂ ਕੁਛ ਨਾ ਕੁਛ ਹੁੰਦੀ ਹੀ ਰਹਿੰਦਾ। ਸਤਯੁਗ ਦੇ ਵਿੱਚ ਆਹ ਚੀਜ਼ ਨਹੀਂ ਸੀ। ਜੇ ਆਪਾਂ ਆਪਣੀ ਸੋਚ ਸਤਯੁਗੀ ਬਣਾ ਲਾਂਗੇ, ਦੂਜਿਆਂ ਦੀ ਨਹੀਂ ਨਾ ਬਣਦੀ। ਕਿਤੇ ਸੱਚ ਦਾ ਪਹਿਰਾ, ਕਿਤੇ ਝੂਠ ਦਾ ਪਹਿਰਾ, ਕਿਤੇ ਹਰ ਟਾਈਮ ਸੱਚ ਵਰਤਣਾ, ਕਿਤੇ ਹਰ ਟਾਈਮ ਝੂਠ ਵਰਤਣਾ। ਆ ਹੁਣ ਜਿਹੜਾ ਸਮਾਂ ਹੈ ਇਹ ਕਲਯੁਗ ਦੀ ਮੰਡੀ ਆ। ਇੱਥੇ ਝੂਠ ਹੀ ਵਿਕਦਾ ਹੈ, ਝੂਠ ਦਾ ਹੀ ਵਰਤਾਰਾ ਹੈ। ਪਰ ਸਤਯੁਗ ਦੇ ਵਿੱਚ ਆ ਵਿਚਾਰਾ ਨਹੀਂ ਸਨ। ਉਸ ਟਾਈਮ ਸੱਚ ਸੀਗਾ, ਹਰ ਟਾਈਮ ਸੱਚ ਦਾ ਪਹਿਰਾ। ਤੇ ਅਸੀਂ ਉਹ ਵੇਖਣਾ ਵੀ ਅਸੀਂ ਸੋਚ ਆਪਣੀ ਸਤਯੁਗੀ ਬਣਾਉਣੀ ਆ ਕਿ ਕਲਯੁਗੀ ਬਣਾਉਣੀ ਆ। ਇੱਕ ਵਿਚਾਰ ਹੈ ਕਿ ਉਹਨੇ ਆਪਣੀ ਚੀਚੀ ਤੇ ਗੋਇਆ ਪਰਬਤ ਜਿਹੜਾ ਸੀ ਚੁੱਕ ਲਿਆ। ਕਈ ਦਿਨ 28 ਦਿਨਾਂ ਤੱਕ ਉਹ ਮੀਂਹ ਵਰਾਉਂਦਾ ਰਿਹਾ। ਇੰਦਰ ਜਿਹੜਾ ਸੀਗਾ ਵੀ ਮੈਂ ਰੋੜ ਦੇਣਾ ਇਹਨਾਂ ਨੂੰ। ਤੇ ਗੁਰਮੁਖੋ ਫਿਰ ਉਹ ਗੋਕਲ ਨੂੰ ਰੋੜ ਨਹੀਂ ਸੀ ਸਕਿਆ, ਉਹਨੇ ਬਚਾ ਲਿਆ ਪਰਮਾਤਮਾ ਨੇ। ਪੈਂਦਾ ਰਿਹਾ ਮੀਂਹ। ਦੂਸਰਾ ਅਰਥ, ਬੇਅੰਤ ਅਰਥ ਨਿਕਲਦੇ ਨੇ ਗੁਰਬਾਣੀ ਦੇ। ਦੂਸਰਾ ਅਰਥ ਕਹਿੰਦੇ ਨੇ ਗੋਪੀ ਕਹੀਏ ਇੰਦਰੀਆਂ ਗਵਾਲਿਆਂ ਦੀ ਨਿਆਈ, ਮਨ ਆਦ ਇੰਦਰੇ ਆਸਾ ਰੂਪੀ ਨਦੀ ਹਨ। ਤੂੰ ਆਪ ਹੀ ਇੰਦਰੀਆਂ ਤੇ ਮਨ ਆਦਿ ਕਰਕੇ ਸਰੀਰ ਰੂਪੀ ਵਾਜੀ ਨੂੰ ਆਪਣੀ ਸੱਤਾ ਦੇ ਆਸਰੇ ਉਠਾਇਆ ਹੋਇਆ। ਉਹਦੀ ਹੀ ਕਿਰਪਾ ਦੇ ਨਾਲ ਗੁਰਸਿੱਖ ਪਿਆਰਿਓ ਅਸੀਂ ਫਿਰਨੇ ਆ। ਉਹਦੀ ਜੇ ਮਿਹਰ ਹੈ ਨਾ, ਨਾਲੇ ਸਾਡੇ ਵਿੱਚ ਕੋਈ ਤਾਕਤ ਨਹੀਂ। ਕਈ ਵਾਰ ਉਹਦਾ ਹੁਕਮ ਨਹੀਂ ਨਾ ਜੀ ਹੁੰਦਾ। ਅਸੀਂ ਇਹ ਤਾਕਤ ਨਹੀਂ ਸਾਡੇ ਵਿੱਚ ਅਸੀਂ ਆਪਣਾ ਹੱਥ ਨਹੀਂ ਹਿਲਾ ਸਕਦੇ। ਕਈ ਵਾਰ ਉਹ ਗੱਲ ਛੱਡੋ, ਕਈ ਵਾਰ ਸਾਡਾ ਹੱਥ ਪੈਰ ਨਹੀਂ ਸੌਂ ਜਾਂਦਾ। ਜ਼ੋਰ ਬੋਲੋ ਨੇ ਵੀ ਅਸੀਂ ਹਿਲਾਈਏ ਆਪਣਾ ਹੱਥ ਪੈਰ, ਉਹ ਤਾਕਤ ਏਦਾਂ ਆ ਚੀਜ਼ ਹੋ ਜਾਂਦੀ ਹੈ। ਕੋਸ਼ਿਸ਼ ਕਰਦਾ ਬੰਦਾ, ਪਰ ਗੁਰਮੁਖੋ ਉਹਦੇ ਹੁਕਮ ਤੋਂ ਬਿਨਾਂ ਕੁਛ ਨਹੀਂ ਹੁੰਦਾ। ਤੇ ਤੀਸਰਾ ਅਰਥ ਕਹਿੰਦੇ ਨੇ ਗੋਪੀਆਂ ਦੀ ਨਿਆਈ ਵਿਰਤੀਆਂ, ਜਮਨਾ ਨਦੀ ਦੀ ਨਿਆਈ ਭਗਤੀ ਇਹਦੇ ਪ੍ਰਭਾਵ ਦੇ ਵਿੱਚ ਵਗ ਰਹੀਆਂ ਨੇ। ਜਗਿਆਸੂ ਰੂਪ ਗਵਾਲਿਆਂ ਦੀ ਵਿਰਤੀ ਬ੍ਰਹਮਾਕਾਰ ਹੋਈ ਹੈ। ਉਹਨਾਂ ਦੇ ਅੰਦਰੋਂ ਤੂੰ ਆਪ ਹੀ ਸੰਸਾਰ ਵਾਜੀ ਨੂੰ ਉਠਾਉਣਾ ਕੀਤਾ ਹੈ। ਭਾਵ ਇੰਦਰੀਆਂ ਰੂਪ ਗੋਪੀਆਂ, ਆਸਾ ਰੂਪੀ ਨਦੀਆਂ ਵਿੱਚ ਜੋ ਗਵਾਲਿਆਂ ਦੀ ਨਿਆਈ ਬਿਰਤੀਆਂ ਬਹਿ ਰਹੀਆਂ ਨੇ ਨਾ ਜੀ, ਇਹਨਾਂ ਨੂੰ ਤੂੰ ਆਪ ਹੀ ਜਗਿਆਸੂ ਦੇ ਹਿਰਦੇ ਵਿੱਚ ਉਠਾਉਣਾ, ਭਾਵ ਲੈ ਕਰਨਾ ਕੀਤਾ। ਅੰਦਰੋਂ ਫੁਰਨਿਆਂ ਦਾ, ਸੰਕਲਪਾਂ ਵਿਕਲਪਾਂ ਦਾ ਲੈ ਹੋ ਜਾਣਾ, ਖਤਮ ਹੋ ਜਾਣਾ। ਮਾੜੀਆਂ ਸੋਚਾਂ ਵਿਚਾਰਾਂ ਦਾ ਅੰਦਰੋਂ ਖਾਤਮਾ ਹੋ ਜਾਣਾ, ਸ਼ੁੱਧ ਬਿਰਤੀ ਪੈਦਾ ਹੋ ਜਾਣੀ ਅੰਦਰ। ਇਹ ਵੀ ਉਹਦੀ ਕਿਰਪਾ ਦੇ ਨਾਲ ਹੀ ਹੋ ਸਕਦਾ ਹੈ। ਨੇ ਕਿਤੇ ਨਾ ਕਿਤੇ ਸਾਡੇ ਅੰਦਰ ਮੰਗਾਂ ਦੀਆਂ ਲਹਿਰਾਂ ਕੁਛ ਨਾ ਕੁਛ ਚੱਲਦੀ ਰਹਿੰਦਾ। ਸੁੱਤੇ ਆ ਨਾ, ਆਪਾਂ ਨੂੰ ਪਤਾ ਸਭ ਦੀ ਅਵਸਥਾ ਆਪਾਂ ਜਾਣਦੇ, ਆਪੋ ਆਪਣੀ ਅਵਸਥਾ। ਇੱਥੇ ਵੀ ਸਾਡੇ ਮਨ 'ਚ ਕੀ ਚੱਲਦਾ। ਜਦੋਂ ਸੌਂਦੇ ਆ ਉਦੋਂ ਵੀ ਪਤਾ ਨਹੀਂ ਕੀ ਕੁਛ ਸੋਚੀ ਜਾਂਦੇ ਆ, ਸੌਂਦੇ ਹੋਏ ਵੀ। ਉੱਠਦੇ ਆ ਜਦੋਂ ਅੱਖ ਖੁੱਲਦੀ, ਅੱਖਾਂ ਜੀਆਂ ਮਲਦੇ ਆ, ਤਾਂ ਵੀ ਕੁਛ ਨਾ ਕੁਛ ਦਿਮਾਗ 'ਚ ਮਨ 'ਚ ਚੱਲਦਾ ਹੁੰਦਾ ਹੈ। ਬਸ ਉਹ ਸੋਚਣਾ ਹੀ ਬੰਦ ਹੋ ਜਾਏ ਨਾ ਜਦੋਂ,
ਸੋਚਣਾ ਬੰਦ ਕਰਨਾ। ਉਹ ਫੁਰਨੇ ਉੱਠਣੇ ਜਦੋਂ ਬੰਦ ਹੋ ਗਏ, ਸਮਝੋ ਕਿ ਉਹਦੀ ਕਿਰਪਾ, ਤੁਹਾਨੂੰ ਸਕੂਨ ਆਉਣ ਲੱਗ ਜੇ ਜੀਵਨ ਦਾ। ਜਿੰਨਾ ਕੁ ਜਿੱਥੇ ਕੁ ਉਹਨੇ ਰੱਖੇ ਆ, ਠੀਕ ਹੈ, ਬਹੁਤ ਆਨੰਦ ਹੈ। ਬਾਕੀ ਉਹਨੇ ਕਿਤੇ ਹੋਰ ਦੂਰ ਉਡਾਰੀ ਨਹੀਂ ਮਰੋੜੀ, ਤੁਹਾਡੀ ਸੁਰਤ ਦੀ ਹੀ ਉਡਾਰੀ ਲੱਗਣ ਲੱਗ ਜੂ, ਸੁਰਤ ਦੀ। ਹੁਣ ਏਦਾਂ ਦੀਆਂ ਵਿਚਾਰਾਂ ਸਾਡੇ ਉੱਪਰ ਦੀ ਲੰਘ ਜਾਂਦੀਆਂ ਨੇ, ਕੀ ਸੁਰਤ ਹੈ, ਕੀ ਉਡਾਰੀ ਹੈ। ਜਦੋਂ ਜਿਉਣਾ ਆ ਗਿਆ, ਸਭ ਕੁਝ ਸਮਝ ਆ ਜਾਊਗਾ। ਆਓ ਆਪਣੀ ਵਿਚਾਰ ਤੇ। ਉਹ ਆਪ ਹੀ ਉਹਨੇ ਅੰਦਰੋਂ ਆ ਜਿਹੜੀਆਂ ਬਹਿ ਰਹੀਆਂ ਨੇ ਨਾ ਨਦੀਆਂ, ਗਵਾਲਿਆਂ ਦੀ ਨਿਆਈ, ਜਗਿਆਸੂ ਦੇ ਅੰਦਰੋਂ ਮਾਲਕ ਨੇ ਉਹ ਲੈ ਕਰ ਦਿੱਤੀਆਂ, ਖਤਮ ਕਰ ਦਿੱਤੀਆਂ, ਉਠਾਉਣਾ ਕੀਤਾ ਉਹਨਾਂ ਦਾ। ਭਾਵ ਮਨ ਵਿੱਚ ਜੋ ਵਿਸ਼ਿਆਂ ਨੂੰ ਭੋਗਣ ਦੀ ਬਾਜੀ ਪੈ ਰਹੀ ਸੀ ਨਾ, ਸਮਝਿਓ ਧਿਆਨ ਨਾਲ, ਅੰਦਰ ਤੋਂ ਜੋ ਵਿਸ਼ਿਆਂ ਦੀ ਬਾਜੀ ਪੈਂਦੀ ਹੈ ਬੰਦੇ ਦੇ, ਸੰਕਲਪਾਂ ਵਿਕਲਪਾਂ ਦੁਆਰਾ ਕੁਛ ਨਾ ਕੁਛ ਚੱਲਦਾ ਹੈ, ਝੰਜੋੜ ਕੇ ਖੜਾ ਲੈਂਦੀ ਹੈ ਗੁਰਬਾਣੀ ਗੁਰੂ ਦੀ। ਸਾਹਮਣੇ ਆ ਜਾ, ਖੜ ਜਾ, ਇੱਥੇ ਬਹਿ ਜਾ, ਬਹਿ ਲੇਖਾ ਕਰ ਸਮਝਾਇਆ। ਸਮਝੋ ਵੇ ਸੱਚਖੰਡੀ ਦਰਬਾਰ ਲੱਗਿਆ ਹੋਇਆ ਹੈ, ਆਮ ਜੀਆਂ ਗੱਲਾਂ ਨਹੀਂ, ਜਿੱਥੇ ਸਾਡਾ ਮਨ ਆਉਣਾ ਹੀ ਨਹੀਂ ਚਾਹੁੰਦਾ, ਜਿੱਥੇ ਅਸੀਂ ਬਹਿਣਾ ਨਹੀਂ ਚਾਹੁੰਦੇ। ਸਾਡੀਆਂ ਕਮੀਆਂ ਗਿਣਾ ਕੇ ਸਾਨੂੰ ਦੱਸਿਆ ਜਾਂਦਾ, ਆਹ ਕੁਛ ਕਰਦਾ ਫਿਰਦਾ, ਸਮਝ ਲੈ ਚੰਗਾ ਰਵੇਂਗਾ, ਆਹ ਕੁਛ ਤੂੰ ਕੀਤਾ। ਤੇ ਜਿਹੜਾ ਸੁਣ ਕੇ ਮੰਨ ਲੈਂਦਾ ਉਹਨੂੰ ਪ੍ਰਾਪਤ ਕਰ ਲੈਂਦਾ ਜੀ, ਨਹੀਂ ਫਿਰ ਧੱਕੇ ਦਾ ਖਾਊਗੇ। ਸਤਿਗੁਰ ਕਹਿੰਦੇ ਜੋ ਅੰਦਰ ਵਿਸ਼ਿਆਂ ਦੀ ਭੋਗਣ ਦੀ ਬਾਜੀ ਪੈ ਰਹੀ ਸੀ, ਉਹ ਜਗਿਆਸੂ ਦੇ ਹਿਰਦੇ ਵਿੱਚੋਂ ਚੁਕਾ ਦਿੱਤੀ, ਮਹਾਰਾਜ ਨੇ ਚੁੱਕ ਦਿੱਤੀ। ਉਹ ਮਾੜੇ ਖਿਆਲਾਤ ਚਲੇ ਗਏ, ਸਮਝ ਆ ਗਈ ਜੀਵਨ ਦੀ, ਸਕੂਨ ਪੈਦਾ ਹੋ ਗਿਆ ਅੰਦਰ ਹਿਰਦੇ 'ਚ, ਟਿਕਾ ਆ ਗਿਆ। ਤੇ ਮਹਾਰਾਜ ਕਹਿੰਦੇ ਨੇ, ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨ ਸਵਾਰ ਜੀਓ। ਇਹ ਹੁਕਮ ਕਰਨ ਵਾਲੇ ਪ੍ਰਮਾਤਮਾ, ਤੂੰ ਆਪ ਹੀ ਆਪਣੇ ਹੁਕਮ ਵਿੱਚ ਪੰਜ ਤੱਤਾਂ ਦੁਆਰਾ, ਸਥੂਲ ਤੇ ਸੂਖਮ ਤੱਤਾਂ ਦੁਆਰਾ, ਸੂਖਮ ਸਰੀਰ ਰੂਪੀ ਭਾਂਡੇ ਕਹੀਏ ਬਰਤਨ ਸਾਜਣਾ ਕੀਤੇ ਨੇ। ਆਪ ਹੀ ਇਹਨਾਂ ਭਾਂਡਿਆਂ ਨੂੰ ਭੰਨਣ ਵਾਲਾ, ਭਾਵ ਪਰਲੋ ਕਰਨ ਵਾਲਾ, ਅਤੇ ਫਿਰ ਆਪ ਹੀ ਸਿਰਜ ਕੇ ਘਾੜਤ ਘੜਨ ਵਾਲਾ। ਆਪਣੇ ਹੁਕਮ ਦੁਆਰਾ ਸਰਵਣ ਮੰਨਣ ਅਧਿਆਸਣ ਰੂਪੀ ਭਾਂਡੇ ਸਾਜਣ ਵਾਲਾ ਵੀ ਤੂੰ ਆਪ ਹੀ ਆ। ਅਵਰਨ ਅਗਿਆਨ ਨੂੰ ਭੰਨਣ ਤੇ ਬ੍ਰਹਮ ਗਿਆਨ ਭਾਵ ਅਫਰੋਕ ਗਿਆਨ ਨੂੰ ਸਵਾਰ ਦੇਣ ਵਾਲਾ ਵੀ ਤੂੰ ਆਪ ਹੀ ਆ। ਉਹ ਆਪ ਹੀ ਚੰਗੀਆਂ ਬਿਰਤੀਆਂ ਬਣਾਉਂਦਾ ਹੈ, ਆਪ ਹੀ ਫਿਰ ਬੰਦੇ ਦੇ ਜਿਹੜੇ ਕੀਤੇ ਹੁੰਦੇ ਨੇ ਮਾੜੇ, ਇਹ ਨਹੀਂ ਵੀ ਧੱਕੇ ਨਾਲ ਦੇ ਰਿਹਾ ਵੀ ਲੈ ਵੀ ਤੈਨੂੰ ਧੱਕੇ ਨਾਲ ਆ ਕਰ ਮਾੜੇ ਦੇਣੇ ਨੇ, ਨਹੀਂ। ਬੰਦੇ ਨੇ ਜੋ ਕਮਾਏ ਹੁੰਦੇ ਆ, ਜੋ ਕੀਤੇ ਹੁੰਦੇ ਆ ਨਾ ਜੀ, ਉਹ ਮਾਲਕ ਦਿੰਦਾ ਹੈ। ਅਸੀਂ ਉਹ ਤੋਂ ਮੁਨਕਰ ਨਹੀਂ ਹੋ ਸਕਦੇ। ਲੱਖ ਕਰਕੇ ਮੈਂ ਲੁਕਾਵਾਂ ਛੁਪਾਵਾਂ, ਪਰ ਕਿਸੇ ਨਾ ਕਿਸੇ ਮੋੜ ਤੇ ਜਾ ਕੇ ਉਹਨੇ ਉਹ ਫਲ ਜਿਹੜਾ ਕੀਤੇ ਕਰਮਾਂ ਦਾ ਦੇ ਦੇਣਾ। ਲੈ ਬਈ ਚੱਕ ਆਪਣਾ ਸਾਮ ਕੀਤਾ ਹੋਇਆ। ਅਸੀਂ ਮੁਨਕਰ ਨਹੀਂ ਉਹ ਤੋਂ ਹੋ ਸਕਦੇ। ਦਿੱਤਾ ਲਿਆ ਅੱਗੇ ਆਉਂਦਾ, ਚੰਗਾ ਜਾਂ ਮਾੜਾ ਆਏਗਾ, ਉਹ ਆਪ ਹੀ ਸਵਾਰਦਾ ਹੈ। ਭਾਵ ਕਿ ਹਰਨ ਭਰਨ ਜਾ ਕਾ ਨੇਤਰ ਹੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਦੁਨੀਆ ਨੂੰ ਬਣਾਉਣਾ, ਸਾਜਣਾ, ਢਾਉਣਾ, ਉਹਦਾ ਇਹ ਨਹੀਂ ਵੀ ਕਈ ਸਾਲ ਜਾਂ 5-7 ਘੰਟੇ ਲਾਉਂਦਾ, ਉਹ ਨਹੀਂ। ਜੀਵ ਜਿਤੈ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਤਪੈਂਗੇ। ਕਿੰਨੇ ਕੁ ਜੀਵਾਂ ਦੀ ਗੱਲ ਕਰਦੇ ਨੇ ਮਹਾਰਾਜ। ਦਸ਼ਮੇਸ਼ ਪਿਤਾ ਕਹਿੰਦੇ 10 ਦੁਆਰ ਦੇ ਵਿੱਚ ਕਿ ਜਿੰਨੇ ਵੀ ਜੀਵ ਨੇ ਨਾ, ਜੀਵ ਜਿਤੈ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਤਪੈਂਗੇ। ਜਿੰਨੇ ਵੀ ਜੀਵ ਹਨ ਪਾਣੀ 'ਚ, ਪਤਾਲ 'ਚ, ਧਰਤੀ ਤੇ, ਆਕਾਸ਼ ਤੇ, ਉਹ ਪਲ ਦੇ ਵਿੱਚ ਹੀ ਮਾਲਕ ਨੇ ਸਾਜਣਾ ਕੀਤੇ ਨੇ। ਪਲ ਦੇ ਵਿੱਚ ਹੀ ਉਹ ਉਹਨਾਂ ਨੂੰ ਨਾਸ ਕਰ ਦਿੰਦਾ ਹੈ। ਭਾਵ ਕਿ ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਹਰਨ ਭਰਨ, ਪਰਲੋ ਲਿਆ ਦੇਣੀ, ਸਾਜ ਦੇਣਾ, ਇਹ ਮਾਲਕ ਹੀ ਕਰ ਸਕਦਾ ਹੈ। ਮੰਤਰ ਕੀ ਹੈ, ਕੀ ਤਾਕਤ ਹੈ ਉਹਦੀ, ਇਹਦੇ ਬਾਰੇ ਹੋਰ ਕੋਈ ਇਹਨੂੰ ਨਹੀਂ ਜਾਣ ਸਕਦਾ। ਇਹਦਾ ਮੰਤਰ ਕੀ ਹੈ ਉਹ ਨਹੀਂ ਕਿਸੇ ਨੂੰ ਪਤਾ ਲੱਗ ਸਕਦਾ। ਤੇ ਮਹਾਰਾਜ ਕਹਿੰਦੇ ਆ
ਜਿਨ ਸਤਿਗੁਰ ਸਿਉ ਚਿਤ ਲਾਇਆ। ਜਿਨ੍ਹਾਂ ਨੇ ਗੁਰੂ ਦੇ ਨਾਲ ਚਿੱਤ ਲਾ ਲਿਆ ਨਾ ਜੀ, ਬਿਰਤੀ ਨੂੰ ਲਾ ਕੇ ਰੱਖਣਾ ਕੀਤਾ, ਜੋੜਨਾ ਕੀਤਾ, ਤਿਨੀ ਦੂਜਾ ਭਾਉ ਚੁਕਾਇਆ। ਉਹਨਾਂ ਦੇ ਅੰਦਰੋਂ ਗੁਰਾਂ ਨੇ ਭਾਉ ਕਹੀਏ ਦਵੈਤ ਭਾਵ ਚੁਕਾ ਦਿੱਤਾ। ਦਵੈਸ਼ ਜੋ ਅੰਦਰ ਦਵੈਤ ਹੁੰਦੀ ਹੈ ਨਾ, ਆਪਾਂ ਕਹਿੰਦੇ ਵੀ ਇਹਦੇ ਅੰਦਰ ਦਵੈਤ ਹੈ, ਇਹਦੇ ਮਨ 'ਚ ਫਰਕ ਹੈ। ਉਹ ਜੋ ਖਿਆਲਾਤ ਹੁੰਦੇ ਨੇ ਉਹ ਮਾਲਕ ਰੱਬ ਗੁਰੂ ਨਾਸ ਕਰ ਦਿੰਦਾ ਹੈ। ਨਿਰਮਲ ਜੋਤ ਤਿੰਨ ਪ੍ਰਾਣੀਆਂ ਉਹ ਚੱਲੇ ਜਨਮ ਸਵਾਰ ਜੀਓ। ਧਿਆਨ ਮਾਰ ਲਈਏ, ਹੁਣ ਅਸੀਂ ਜਨਮ ਸਵਾਰ ਕੇ ਚੱਲਾਂਗੇ ਕਿ ਨਰਕਾਂ ਨੂੰ ਲਿਜਾਵਾਂਗੇ, ਕਿ ਗਾਲ ਕੇ ਚੱਲਾਂਗੇ, ਗਵਾ ਕੇ ਚੱਲਾਂਗੇ। ਨਿਰਮਲ ਜੋਤ ਤਿੰਨ ਪ੍ਰਾਣੀਆਂ ਉਹ ਚੱਲੇ ਜਨਮ ਸਵਾਰ ਜੀਓ। ਕਹਿੰਦੇ ਉਹਨਾਂ ਪ੍ਰਾਣੀਆਂ ਦੇ ਅੰਦਰ ਨਿਰਮਲ ਕਹੀਏ ਉਜਲ ਜੋਤ ਗਿਆਨ ਭਾਵ ਬ੍ਰਹਮ ਰੂਪ ਦੀ ਜੋਤ ਜਿਹੜੀ ਹੈ ਪ੍ਰਗਟ ਹੋ ਜਾਂਦੀ ਆ। ਉਹ ਸੰਸਾਰ ਵਿੱਚੋਂ ਆਪਣੇ ਜਨਮ ਨੂੰ ਸਵਾਰ ਕੇ ਸੱਚਖੰਡ ਵੱਲ ਨੂੰ ਤੁਰ ਜਾਂਦੇ ਆ। ਪਰਮਾਤਮਾ ਵਿੱਚ ਅਭੇਦ ਹੋ ਜਾਂਦੇ ਨੇ, ਅੰਦਰ ਉਹਦੀ ਜੋਤ ਜਗ ਜਾਂਦੀ ਹੈ ਇੱਕਦਮ ਪਟਾਕ। ਪਰਦੇ ਜਿਹੜੇ ਨੇ ਖੁੱਲ ਜਾਂਦੇ ਨੇ, ਮੈਂ ਕੌਣ ਆ, ਸੰਸਾਰ ਕੀ ਹੈ। ਕੱਲ ਵੀ ਵਿਚਾਰਿਆ ਸੀ, ਜੇ ਮੇਰੇ 'ਚ ਰੱਬ ਹੈ ਤੁਹਾਡੇ 'ਚ ਕੌਣ ਹੈ? ਜੇ ਤੁਹਾਨੂੰ ਰੱਬ ਨੇ ਬਣਾਇਆ, ਮੈਨੂੰ ਕਿਹਨੇ ਬਣਾਇਆ? ਮੇਰੇ 'ਚ ਜੇ ਰੱਬ ਵਸਦਾ, ਤੁਹਾਡੇ 'ਚ ਕੌਣ ਰਹਿੰਦਾ ਹੈ? ਜੇ ਮੇਰੇ ਤੇ ਉਹਦੀ ਕਿਰਪਾ, ਤੁਹਾਡੇ ਤੇ ਕਿਹਦੀ ਕਿਰਪਾ ਹੈ? ਆ ਜਦੋਂ ਗਿਆਨ ਹੋ ਜਾਂਦਾ ਹੈ, ਬੰਦੇ ਨੂੰ ਸਮਝ ਆ ਗਈ, ਸਭ ਮੈਂ ਜੋਤ ਜੋਤ ਹੈ, ਸੋਏ ਦੇ ਹਿਰਦੈ ਚਾਨਣ ਸਭ ਮੈਂ ਚਾਨਣ ਹੋਇਆ। ਜਦੋਂ ਗਿਆਨ ਹੋ ਗਿਆ ਪ੍ਰੇਮਿਓ, ਉਹਦੇ ਨਾਲ ਅਭੇਦ ਹੋ ਜਾਏਗਾ ਬੰਦਾ, ਅੰਦਰ ਜੋਤ ਪ੍ਰਗਟ ਹੋ ਜਾਏਗੀ, ਪ੍ਰਕਾਸ਼ ਹੋ ਜਾਂਦਾ ਹੈ ਅੰਦਰ। ਬਸ ਉਹਦਾ ਪ੍ਰਗਟ ਹੋ ਜਾਣਾ, ਪ੍ਰਕਾਸ਼ ਹੋ ਜਾਣਾ। ਹੋਰ ਕੁਛ ਜਦੋਂ ਸੂਰਜ ਚੜ੍ਹਦਾ, ਸੂਰਜ ਵੱਲ ਵੇਖੀ ਜਾਈਏ, ਕੁਛ ਦਿਖਦਾ ਨਹੀਂ, ਬਸ ਪ੍ਰਕਾਸ਼ ਹੀ ਪ੍ਰਕਾਸ਼ ਹੈ, ਚਾਨਣ ਹੀ ਚਾਨਣ ਹੈ। ਉਸ ਟਾਈਮ ਗੁਰਮੁਖੋ ਭਾਵ ਸੰਸਾਰ ਵਿੱਚ ਜੋ ਵਿਚਰ ਰਹੇ ਆ ਨਾ ਆਪਾਂ ਸਾਰੇ, ਸਭ ਦੇ ਵਿੱਚ ਇੱਕ ਹੀ ਜੋਤ ਨਜ਼ਰ ਆਉਣ ਲੱਗ ਜੂਗੀ, ਕੁਛ ਦਿਖਣੀ ਨਹੀਂ, ਦਵੈਤ ਭਾਵ ਰਹਿਣੀ ਨਹੀਂ। ਮਹਾਰਾਜ ਕਹਿੰਦੇ ਉਹਨਾਂ ਦੇ ਅੰਦਰ ਬ੍ਰਹਮ ਸਰੂਪ ਦੀ ਜੋਤ ਪ੍ਰਗਟ ਹੋ ਜਾਂਦੀ ਆ। ਉਹ ਸੰਸਾਰ ਵਿੱਚੋਂ ਆਪਣੇ ਜਨਮ ਨੂੰ ਸਵਾਰ ਕੇ ਸੱਚਖੰਡ ਨੂੰ ਜਾਂਦੇ ਆ। ਜੀਵਨ ਦੀ ਬਾਜੀ ਹਾਰ ਕੇ ਨਹੀਂ ਜਾਣਗੇ, ਜਿੱਤ ਕੇ ਜਾਣਗੇ। ਤੇਰੀਆਂ ਸਦਾ ਸਦਾ ਚੰਗਿਆਈਆਂ, ਕਹਿੰਦੇ ਜੋ ਤੇਰੀਆਂ ਤੁਹਾਡੀਆਂ ਸਦਾ ਸਦਾ ਕੀ ਹਮੇਸ਼ਾ ਹਮੇਸ਼ਾ ਚੰਗਿਆਈਆਂ ਨੇਕੀਆਂ ਭਾਵ ਪਰਉਪਕਾਰ ਨੇ, ਮੈਂ ਰਾਤ ਦੇਹਿ ਵਡਿਆਈਆਂ। ਮੈਂ ਉਹਨਾਂ ਪਰਉਪਕਾਰਾਂ ਨੂੰ ਰਾਤ ਦਿਨ ਵਡਿਆਈਆਂ ਕਹੀਏ ਸਲਾਹੁਨੇ ਆ। ਅਣਮੰਗਿਆ ਦਾਨ ਦੇਵਣਾ, ਕਹੋ ਨਾਨਕ ਸੱਚ ਸਮਾਲ ਜੀਓ। ਇਸ ਪ੍ਰਕਾਰ ਅਣਮੰਗਿਆ ਭਾਵ ਮੰਗਣ ਤੋਂ ਰਹਿਤ ਆਪ ਸਾਰੇ ਜੀਵਾਂ ਨੂੰ ਦਾਨ ਦੇਣਾ ਕਰਨੇ ਹੋ। ਕਈ ਚੀਜ਼ਾਂ ਨੂੰ ਮੰਗਦੇ ਥੱਕ ਜਾਂਦੇ ਨੇ, ਕਈ ਮੰਗਦੇ ਨਹੀਂ, ਉਹ ਆਪੇ ਦੇ ਹੀ ਜਾਂਦਾ। ਗੱਲ ਜਿਹੜੀ ਹੈ ਵੀ ਅਸੀਂ ਮੰਗਣੋਂ ਹਟੀਏ। ਅਸੀਂ ਮੰਗਨੇ ਆ ਦੁਨਿਆਵੀ ਦਾਤਾਂ। ਜਦੋਂ ਦੁਨਿਆਵੀ ਦਾਤ ਮੰਗਣੋਂ ਹਟ ਗਏ, ਅਧਿਆਤਮਿਕ ਦਾਤ ਗਿਆਨ ਮਿਲ ਗਿਆ, ਫਿਰ ਦੁਨਿਆਵੀ ਦਾਤਾਂ ਦਾ ਪਿੱਛੇ ਪਿੱਛੇ ਲੱਗੀਆਂ ਫਿਰਨੀਆਂ ਨੇ, ਰਿੱਧੀਆਂ ਸਿੱਧੀਆਂ ਜਿਹੜੀਆਂ ਨੇ। ਮਾਲਕ ਉਹ ਆਪ ਹੀ ਇਹ ਦਾਨ ਦੇਣਾ ਕਰਦਾ ਹੈ। ਜਿਨ੍ਹਾਂ ਨੂੰ ਦਾਨ ਦੇਣਾ ਕਰਨੇ ਹੋ, ਉਹਨਾਂ ਨੂੰ ਅਣਮੰਗਿਆ ਕਰ ਦਿੰਦੇ ਹੋ, ਭਾਵ ਉਹ ਕਿਸੇ ਅੱਗੇ ਹੱਥ ਨਹੀਂ ਜੇ ਅੜਦੇ। ਇੰਨਾ ਕੁ ਭਰੋਸਾ ਹੋ ਜਾਂਦਾ ਕਿ ਗੁਰੂ ਦੇ ਦਰ ਤੋਂ ਬਿਨਾਂ, ਪਰਮਾਤਮਾ ਦੇ ਦਰ ਤੋਂ ਬਿਨਾਂ ਦੂਜਾ ਕੋਈ ਦਰ ਨਹੀਂ ਆ। ਕਿ ਸਗਲ ਦਵਾਰ ਕੋ ਛੱਡ ਕੇ ਗਹਿਓ ਤੁਹਾਰੋ, ਵਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ। ਉਹ ਏਦਾਂ ਆ ਅਵਸਥਾ ਬਣ ਜਾਂਦੀ ਆ। ਹੁਣ ਬੰਦਾ ਵੇਖੇ ਕਿ ਮੈਂ ਗੁਰੂ ਦੇ ਦਰ ਤੇ ਆਉਣਾ ਕਿ ਥਾਂ ਥਾਂ ਤੇ ਜਾ ਕੇ ਨੱਕ ਰਗੜਦਾ, ਕਿ ਕਿਸੇ ਦੁਨਿਆਵੀ ਸਰੀਰਾਂ ਤੋਂ ਆਸ ਰੱਖੀ ਬੈਠਾ। ਉਹ ਕੀ ਕਹਿੰਦਾ, ਤੂੰ ਕਾਹੇ ਡੋਲੇ ਪ੍ਰਾਣੀਆਂ ਤੋਂ ਦਰਾਖੇਗਾ ਸਿਰਜਣਹਾਰ, ਜਿਨ ਪੈਦਾਸ਼ ਤੂੰ ਕੀਆ ਸੋਈ ਦੇ ਆਧਾਰ। ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ। ਉਹ ਸੱਚਾ ਪਰਵਦਗਾਰ ਹੈ, ਸਭ ਦੀ ਜਾਣਦਾ ਹੈ। ਮਹਾਰਾਜ ਕਹਿੰਦੇ ਉਹ ਕਿਸੇ ਅੱਗੇ ਹੱਥ ਨਹੀਂ ਜੇ ਅੜਦੇ ਕਿ ਐ ਸੱਚੇ ਪਾਤਸ਼ਾਹ ਜੀ, ਅਸੀਂ ਤੈਨੂੰ ਸਦਾ ਹੀ ਸਿਮਰਦੇ ਹਾਂ, ਸੰਭਾਲਦੇ ਹਾਂ, ਭਾਵ ਯਾਦ ਕਰਦੇ ਰਹੀਏ। ਬਾਹਰ ਦੇਸ਼ ਵਿੱਚ ਜੋ ਰੁੱਡੀ ਪੈ ਰਹੀ ਸੀ, ਉਸ ਦੇ ਦੁਆਰਾ ਮਹਾਰਾਜ ਨੇ 24 ਪੌੜੀਆਂ ਵਾਲੇ ਇਸ ਸ਼ਬਦ ਦਾ
ਉਪਦੇਸ਼ ਬਖਸ਼ਿਸ਼ ਕੀਤਾ ਇਸ ਗੁਰਸਿੱਖਾਂ ਤਾਈਂ। ਇਹ ਸ਼ਬਦ ਦੀ ਸਮਾਪਤੀ ਹੁੰਦੀ ਹੈ ਤੇ ਮਹਾਰਾਜ ਅਗਲਾ ਛਿੰਝ ਜਿਹੜਾ ਸ਼ਬਦ ਪੰਜਵੇਂ ਪਾਤਸ਼ਾਹ ਜੀ ਦਾ ਆਵੇਗਾ, ਅਗਲਾ ਸ਼ਬਦ ਜਿਹੜਾ ਹੈ, ਜੋ ਬਾਹਰ ਦੇਸ਼ ਦੇ ਵਿੱਚ ਲੁੱਡੀਆਂ ਪੈ ਰਹੀਆਂ, ਖੇਡਾਂ ਹੋ ਰਹੀਆਂ ਸੀਆਂ, ਮਹਾਰਾਜ ਨੇ ਫਿਰ ਸਿੱਖਾਂ ਤਾਈਂ ਇਹ ਸਮਝਾਉਣਾ ਕੀਤਾ ਹੈ। ਜੋ ਭਾਈ ਮਰਦਾਨਾ ਤੇ ਬਾਲਾ ਜੀ ਕਹਿੰਦੇ ਸੀ ਮਹਾਰਾਜ ਅਸੀਂ ਵੇਖ ਆਈਆ ਲੁੱਡੀਆਂ ਖੇਡ ਪੈਂਦੀ ਬਾਹਰ ਦੇਸ਼ ਦੇ ਵਿੱਚ, ਗੁਰੂ ਸਾਹਿਬ ਕਹਿੰਦੇ ਆ ਜਾਓ ਤੁਹਾਨੂੰ ਦੱਸ ਦਿੰਦੇ ਆ, ਅਸੀਂ ਸਭ ਕੁਛ ਸਮਝਾ ਦਿੰਦੇ ਆ। ਫਿਰ ਆਹ ਕੁਛ ਮਹਾਰਾਜ ਨੇ ਸਮਝਾਉਣਾ ਕੀਤਾ, ਜੋ ਇਹ ਵਿਚਾਰ ਆਪਾਂ 24 ਪੌੜੀਆਂ ਵਾਲਾ ਜਿਹੜਾ ਸ਼ਬਦ ਸੀਗਾ ਨਾ, ਵਿਚਾਰਨਾ ਕੀਤਾ ਹੈ। ਯਤਨ ਕਰੀਏ ਗੁਰਮੁਖੋ ਰੱਬ ਦੇ ਰੰਗਾਂ ਵਿੱਚ ਰੰਗਣ ਦੀ, ਰੱਬ ਦੇ ਰੰਗਾਂ ਦੇ ਵਿੱਚ, ਰੱਬ ਦੀ ਰਜ਼ਾ ਦੇ ਵਿੱਚ ਆਪਣੇ ਮਨ ਨੂੰ ਰੱਖਣ ਦੀ ਕੋਸ਼ਿਸ਼ ਕਰੀਏ, ਤਾਂ ਹੀ ਉਹਦੀ ਖੁਸ਼ੀ ਮਿਲ ਸਕਦੀ ਹੈ। ਨਹੀਂ ਫਿਰ ਬੰਦਾ ਸੰਸਾਰ ਵਿੱਚ ਭਟਕਦਾ ਹੀ ਰਹਿ ਜਾਣਾ। ਜੀਵਨ ਦੀ ਬਾਜੀ ਜਿਹੜੀ ਮਿਲੀ ਹੈ ਉਹਨੂੰ ਹਾਰ ਕੇ ਜਾਊ, ਜਿੱਤਣਾ ਨਹੀਂ ਜੀ। ਇਹ ਨਾ ਹੋਵੇ ਨਾਮ ਬਿਨਾ ਸਭ ਵਿਰਥਾ ਜਾਏ, ਨਾਮ ਤੋਂ ਬਿਨਾ ਸਾਰਾ ਜਨਮ ਹੀ ਵਿਰਥਾ ਚਲਾ ਜਾਣਾ। ਉਹਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਹੀ ਜੀਵਨਾ ਸਫਲਾ ਹੋਣਾ। ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ। ਸਾਧੂਆਂ ਦਾ ਸੰਗ ਕਰਦੇ ਰਹੀਏ, ਰੱਬ ਰੱਬ ਕਰਦੇ ਰਹੀਏ ਜੀ, ਉਹਦੀ ਕਿਰਪਾ ਦ੍ਰਿਸ਼ਟੀ ਦੇ ਪਾਤਰ ਬਣੀਏ। ਆਓ ਭੁੱਲਾਂ ਤੋਂ ਖਿਮਾ, ਰਹਿੰਦੀਆਂ ਵਿਚਾਰਾਂ ਅੱਗੇ ਵਿਚਾਰਾਂਗੇ ਭਾਈ।